ਹਾਂਜੀ ਪਿਆਰੇ ਵਿਦਿਆਰਥੀਓ, ਜਿਹੜਾ ਮੈਂ ਨੈਕਸਟ ਟੌਪਿਕ ਤੁਹਾਡੇ ਨਾਲ ਕਰ ਰਿਹਾ ਬੀਏ 3rd ਸਮੈਸਟਰ ਦਾ, ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ। ਇਸ ਦਾ ਟੌਪਿਕ ਹੈ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕਿਉਂ ਕੀਤਾ ਗਿਆ। ਵਾਈ ਫੰਡਾਮੈਂਟਲ ਰਾਈਟਸ ਵਰ ਇਨਕਲੂਡਡ ਇਨਟੂ ਦੀ ਕਨਸਟੀਟਿਊਸ਼ਨ। ਭਾਰਤ ਦੇ ਸੰਵਿਧਾਨ ਵਿੱਚ ਆਖਿਰ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਕਿਉਂ ਪਈ, ਕਿਉਂ ਕੀਤਾ ਗਿਆ। ਹਾਂਜੀ, ਇਸ ਦਾ ਬੜਾ ਹੀ ਸਪਸ਼ਟ ਜਿਹਾ ਕਾਰਨ ਹੈ। ਜਿਹੜੇ ਇਹਦੇ ਮੇਨ ਕਾਰਨ ਹਨ ਉਹ ਇਸ ਅਨੁਸਾਰ ਹਨ, ਇਸ ਤਰ੍ਹਾਂ ਹਨ। ਪਹਿਲਾ ਪੁਆਇੰਟ ਹੈ ਜੀ, ਰਾਸ਼ਟਰਵਾਦੀਆਂ ਦੀ ਪੁਰਾਣੀ ਮੰਗ। ਜਿਹੜੇ ਸਾਡੇ ਫਰੀडम ਫਾਈਟਰ ਸਨ, ਰਾਸ਼ਟਰਵਾਦੀ ਸਨ, ਜਿਹਨਾਂ ਨੂੰ ਨੈਸ਼ਨਲਿਸਟ ਕਹਿੰਦੇ ਆ, ਇਹ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਕਿ ਜਿਹੜੇ ਭਾਰਤ ਦੇ ਨਾਗਰਿਕ ਹਨ, ਇਹਨਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣੇ ਚਾਹੀਦੇ ਹਨ ਤੇ ਇਹਨਾਂ ਨੂੰ ਆਪ ਸੰਵਿਧਾਨ ਲਿਖਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਜਦੋਂ ਸੰਵਿਧਾਨ ਲਾਗੂ ਹੋਇਆ ਤੇ ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ, ਕਿਉਂਕਿ ਇਹ ਰਾਸ਼ਟਰਵਾਦੀਆਂ ਦੀ ਪੁਰਾਣੀ ਮੰਗ ਸੀ। ਨੈਕਸਟ ਪੁਆਇੰਟ ਹੈ ਜੀ, ਆਧੁਨਿਕ ਰਾਜਨੀਤਿਕ ਵਿਚਾਰਧਾਰਾ ਦੇ ਅਨੁਸਾਰ। ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਮਾਡਰਨ ਟਾਈਮ ਦੇਖਦੇ ਹਾਂ ਤੇ ਜਦੋਂ ਤੋਂ ਇੰਗਲੈਂਡ ਦਾ ਸੰਵਿਧਾਨ ਲਾਗੂ ਹੋਇਆ 1791 ਵਿੱਚ, ਉਹਨਾਂ ਨੇ ਪਹਿਲੀਆਂ 10 ਸੋਧਾਂ ਕਰਕੇ ਮੌਲਿਕ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਸੀ। ਉਸ ਤੋਂ ਬਾਅਦ ਜਰਮਨ ਦਾ ਜਿਹੜਾ ਸੀਗਾ 1919 ਦਾ ਜਿਹੜਾ ਸੰਵਿਧਾਨ, ਜਿਹਨੂੰ ਬਾਈਮਾਰ ਸੰਵਿਧਾਨ ਕਹਿੰਦੇ ਆ, ਆਇਰਲੈਂਡ ਦਾ 1922 ਦਾ, 1936 ਵਿੱਚ ਜਿਹੜਾ ਸਟਾਲਿਨ ਦਾ ਜਿਹੜਾ ਸੰਵਿਧਾਨ ਹੈ, ਹਰੇਕ ਦੇ ਵਿੱਚ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਸੀ। ਤੇ ਇਸ ਕਰਕੇ ਹੀ ਭਾਰਤ ਦੇ ਜਿਹੜੇ ਲੋਕ ਸਨ ਉਹ ਵੀ ਚਾਹੁੰਦੇ ਸਨ ਕਿ ਆਧੁਨਿਕ ਰਾਜਨੀਤਿਕ ਵਿਚਾਰਧਾਰਾ ਦੇ ਅਨੁਸਾਰ ਉਹਨਾਂ ਨੂੰ ਵੀ ਮੌਲਿਕ ਅਧਿਕਾਰਾਂ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਜਾਣ। ਅਗਲਾ ਪੁਆਇੰਟ ਹੈ ਜੀ, ਘੱਟ ਗਿਣਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ। ਘੱਟ ਗਿਣਤੀ ਉਹ ਹੁੰਦੇ ਹਨ ਜਿਨ੍ਹਾਂ ਦੀ ਗਿਣਤੀ ਘੱਟ ਹੁੰਦੀ ਹੈ, ਜਿਸ ਤਰ੍ਹਾਂ ਭਾਰਤ ਵਿੱਚ ਮੁਸਲਿਮ, ਸਿੱਖ, ਈਸਾਈ, ਪਾਰਸੀ ਧਰਮ ਹੈ, ਜੈਨ ਧਰਮ ਹੈ। ਇਹ ਜਿਨ੍ਹਾਂ ਦੀ ਗਿਣਤੀ ਘੱਟ ਹੈ, ਇਹਨਾਂ ਨੂੰ ਅਸੀਂ ਮਾਈਨੋਰਿਟੀਜ਼ ਕਹਿੰਦੇ ਹਾਂ, ਜਾਂ ਫਿਰ ਅਸੀਂ ਇਹਨਾਂ ਨੂੰ ਘੱਟ ਗਿਣਤੀ ਕਹਿੰਦੇ ਹਾਂ। ਜਦੋਂ ਪਾਕਿਸਤਾਨ ਬਣਿਆ ਸੀ ਉਸ ਟਾਈਮ ਘੱਟ ਗਿਣਤੀ ਜਿਹੜੇ ਸਨ ਉਹਨਾਂ ਤੇ ਕਈ ਤਰ੍ਹਾਂ ਦੇ ਅਤਿਆਚਾਰ ਹੋਏ ਸਨ। ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਗਿਆ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਜਿਹੜੇ ਮਾਈਨੋਰਿਟੀਜ਼ ਹਨ, ਘੱਟ ਗਿਣਤੀ ਹਨ, ਉਹਨਾਂ ਦੇ ਲਈ ਉਚਿਤ ਵਿਵਸਥਾਵਾਂ ਕੀਤੀਆਂ ਜਾਣ। ਇਸ ਕਰਕੇ ਹੀ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ। ਇਹ ਲੋਕਤੰਤਰੀ ਸ਼ਾਸਨ ਦਾ ਆਧਾਰ ਹੁੰਦਾ ਜੀ। ਜਿਸ ਦੇਸ਼ ਦੇ ਵਿੱਚ ਮੌਲਿਕ ਅਧਿਕਾਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਤ ਹੁੰਦੇ ਹਨ, ਉਸ ਦੇਸ਼ ਨੂੰ ਅਸੀਂ ਵਧੀਆ ਮੰਨਦੇ ਹਾਂ ਤੇ ਮੰਨਦੇ ਹਾਂ ਕਿ ਇਹ ਲੋਕਤੰਤਰੀ ਸ਼ਾਸਨ ਦਾ ਆਧਾਰ ਹੈ। ਲੋਕਤੰਤਰੀ ਦੇਸ਼ਾਂ ਵਿੱਚ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਸਰਕਾਰ ਦੀ ਆਲੋਚਨਾ ਕਰਨ, ਸਭਾਵਾਂ ਬਣਾਉਣ, ਸੁਤੰਤਰਤਾ ਨਾਲ ਘੁੰਮਣ ਫਿਰਨ ਆਦਿ ਦੀਆਂ ਸਾਰੀਆਂ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ। ਇਹ ਸਾਰੇ ਜਿਹੜੇ ਅਧਿਕਾਰ ਹਨ ਮੌਲਿਕ ਅਧਿਕਾਰਾਂ ਦੀ ਤਰ੍ਹਾਂ ਹੀ ਹਨ ਜਾਂ ਮੌਲਿਕ ਅਧਿਕਾਰ ਹੀ ਹਨ। ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਹਨ। ਜਦੋਂ ਕਿਸੇ ਵਿਅਕਤੀ ਕੋਲ ਅਧਿਕਾਰ ਹੋਏਗਾ ਤੇ ਫਿਰ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸਰਕਾਰ ਨੂੰ ਜ਼ਿੰਮੇਵਾਰ ਬਣਾਏਗਾ। ਇਸ ਲਈ ਸਰਕਾਰ ਨੂੰ ਜ਼ਿੰਮੇਵਾਰ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਜਿਹੜੇ ਮੌਲਿਕ ਅਧਿਕਾਰ ਹਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਭਾਰਤੀਆਂ ਵਿੱਚ ਉਸ ਟਾਈਮ ਰਾਜਨੀਤਿਕ ਚੇਤਨਤਾ ਦੀ ਕਮੀ ਸੀ। ਜਦੋਂ ਦੇਸ਼ ਆਜ਼ਾਦ ਹੋਇਆ, ਭਾਰਤ ਵਿੱਚ ਲਿਟਰੇਸੀ ਰੇਟ, ਜਿਹੜੀ ਸਾਖਰਤਾ ਦਰ ਸੀ, ਬਹੁਤ ਘੱਟ ਸੀ। ਲੋਕੀ ਬਹੁਤ ਜ਼ਿਆਦਾ ਅਨਪੜ੍ਹ ਸਨ। ਇਸ ਤੇ ਨਾ ਹੀ ਉਹਨਾਂ ਨੂੰ ਰਾਜਨੀਤੀ ਬਾਰੇ ਜ਼ਿਆਦਾ ਗਿਆਨ ਸੀ। ਲੋਕਾਂ ਵਿੱਚ ਰਾਜਨੀਤਿਕ ਅਵੇਅਰਨੈਸ, ਪੋਲੀਟੀਕਲ ਅਵੇਅਰਨੈਸ ਜਾਂ ਕੌਨਸ਼ੀਅਸਨੈਸ ਜਾਂ ਰਾਜਨੀਤਿਕ ਚੇਤਨਾ ਨੂੰ ਪੈਦਾ ਕਰਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦੀ ਵਿਵਸਥਾ ਪ੍ਰਦਾਨ ਕੀਤੀ ਜਾਵੇ। ਇਸ ਤੋਂ ਇਲਾਵਾ ਲਿਖਤੀ ਅਧਿਕਾਰ ਜਿਹੜੇ ਹੁੰਦੇ ਆ ਉਹ ਨਿਸ਼ਚਿਤ ਹੁੰਦੇ ਹਨ। ਜਦੋਂ ਵੀ ਕਿਸੇ ਸੰਵਿਧਾਨ ਵਿੱਚ ਅਧਿਕਾਰ ਲਿਖਤੀ ਰੂਪ ਵਿੱਚ ਹੋਣਗੇ ਤੇ ਉਸ ਨਾਲ ਇੱਕ ਨਿਸ਼ਚਿਤਤਾ ਆਉਂਦੀ ਹੈ। ਲੋਕਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਅਧਿਕਾਰ ਕਿਹੜੇ ਹਨ, ਉਹ ਅਧਿਐਨ ਕਰ ਸਕਦੇ ਹਨ, ਉਹ ਸਟੱਡੀ ਕਰ ਸਕਦੇ ਹਨ। ਇਸ ਤਰ੍ਹਾਂ ਲਿਖਤੀ ਅਧਿਕਾਰ ਜਿਹੜੇ ਆ ਇੱਕ ਫਿਕਸ ਹੁੰਦੇ ਹਨ, ਨਿਸ਼ਚਿਤਤਾ ਪ੍ਰਦਾਨ ਕਰਦੇ ਹਨ ਤੇ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨੈਕਸਟ ਹੈ ਜੀ, ਜਨ ਕਲਿਆਣ ਲਈ। ਲੋਕਾਂ ਦੇ ਕਲਿਆਣ ਲਈ ਇਹ ਜ਼ਰੂਰੀ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਮੌਲਿਕ ਅਧਿਕਾਰ ਪ੍ਰਾਪਤ ਦਿੱਤੇ ਜਾ ਸਕਣ ਤਾਂ ਕਿ ਲੋਕਾਂ ਦਾ ਕਲਿਆਣ ਵੱਧ ਤੋਂ ਵੱਧ ਹੋ ਸਕੇ। ਇਸ ਕਰਕੇ ਹੀ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਨੂੰ ਮੌਲਿਕ ਅਧਿਕਾਰ, ਹੁਣ ਕੁਐਸਚਨ ਪੈਦਾ ਇਹ ਹੁੰਦਾ ਕਿ ਇਹਨਾਂ ਨੂੰ ਮੌਲਿਕ ਅਧਿਕਾਰ ਕਿਉਂ ਕਹਿੰਦੇ ਆ। ਦੇਖੋ ਜੀ, ਮੌਲਿਕ ਅਧਿਕਾਰ ਇਸ ਕਰਕੇ ਕਹਿੰਦੇ ਆ ਕਿਉਂਕਿ ਇਹ ਅਧਿਕਾਰ ਜਿਹੜੇ ਹੁੰਦੇ ਆ, ਮੌਲਿਕ ਅਧਿਕਾਰ, ਇਹ ਦੇਸ਼ ਦੇ ਸਰਵਉੱਚ ਅਧਿਕਾਰ ਹਨ। ਇਹਨਾਂ ਦੀ ਵਿਵਸਥਾ ਕਾਨੂੰਨੀ ਰੂਪ ਨਾਲ ਕੀਤੀ ਗਈ ਹੈ। ਇਹ ਵਿਅਕਤੀ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਭਾਰਤ ਦੇ ਸਾਰੇ ਲੋਕ ਅਤੇ ਸਰਕਾਰੀ ਕਰਮਚਾਰੀ ਇਹਨਾਂ ਮੌਲਿਕ ਅਧਿਕਾਰਾਂ ਦਾ ਸਨਮਾਨ ਕਰਦੇ ਹਨ।
ਜੇਕਰ ਕੋਈ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਅਦਾਲਤ ਵਿੱਚ ਜਾਇਆ ਜਾ ਸਕਦਾ ਹੈ। ਇਸ ਕਰਕੇ ਇਹਨਾਂ ਅਧਿਕਾਰਾਂ ਨੂੰ ਜਿਹੜੇ ਸੰਵਿਧਾਨ ਦੇ ਤੀਜੇ ਚੈਪਟਰ ਵਿੱਚ 12 ਤੋਂ 35 ਤੱਕ ਸ਼ਾਮਲ ਹਨ, ਇਹਨਾਂ ਨੂੰ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ। ਔਰ ਮੈਂ ਦੁਬਾਰਾ ਫਿਰ ਤੁਹਾਨੂੰ ਯਾਦ ਕਰਾ ਦੇਵਾਂ ਕਿ ਆਰਟੀਕਲ 31 ਜਿਹੜਾ ਹੈ ਉਹ ਮੌਲਿਕ ਅਧਿਕਾਰ ਨਹੀਂ ਹੈ, ਰਾਈਟ ਟੂ ਪ੍ਰਾਪਰਟੀ, ਸੰਪਤੀ ਦਾ ਅਧਿਕਾਰ। ਇਹ ਅਧਿਕਾਰ ਜਿਹੜਾ ਹੈ ਹੁਣ ਇੱਕ ਕਾਨੂੰਨੀ ਅਧਿਕਾਰ ਬਣ ਚੁੱਕਾ। ਥੈਂਕ ਯੂ।